सत श्री अकाल। तुसीं PNCN देख रहे हो। खबरां दे इस बुलेटिन विच स्वागत है। शुरुआत करांगे हैडलाइनस दे नाल। कैनेडा सरकार, सूबाई सरकारां ते टैरेटरीज़ ਦੀਆਂ सरकारां इमीग्रेशन राਹੀਂ किवें तेजी ਨਾਲ ਆਰਥਿਕਤਾ ਨੂੰ ਲੀਹ ਤੇ ਲਿਆਉਣ ਦਾ ਜ਼ਿਕਰ ਕਰ ਰਹੀਆਂ ਨੇ ਤੇ ਇਸ ਦੇ ਬਾਰੇ ਜਾਣਕਾਰੀ ਦੱਸਾਂਗੇ। ਇਮੀਗ੍ਰੇਸ਼ਨ ਮੰਤਰੀ ਨੇ ਵੀ ਇਸ ਦੇ ਬਾਰੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਦੱਸਾਂਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਤਾਜ਼ਾ ਐਲਾਨ ਦੇ ਬਾਰੇ ਮਿਨਿਸਟਰ ਅਹਿਮਦ ਹੁਸੈਨ ਦੇ ਨਾਲ ਮਿਲ ਕੇ ਦਿੱਤੀ ਜਾਣਕਾਰੀ। ਟੋਰਾਂਟੋ ਤੇ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟਸ ਦੇ ਉੱਤੇ ਯਾਤਰੀਆਂ ਦੀ ਗਿਣਤੀ ਕਾਫੀ ਜ਼ਿਆਦਾ ਵਧੀ ਹੈ। ਹਦਾਇਤਾਂ ਵਿੱਚ ਢਿੱਲ ਦਾ ਅਸਰ ਟਰੈਵਲ ਦੇ ਉੱਤੇ ਦਿਖਾਈ ਦੇਣ ਲੱਗਿਆ ਹੈ। ਮੈਟਰੋ ਵੈਨਕੂਵਰ ਵਿੱਚ 1 ਸਾਲ ਦੀ ਉਮਰ ਦੇ ਕਰੀਬ ਦੇ ਬੱਚੇ ਦੀ ਹੋਈ ਮੌਤ। ਕਤਲ ਦੀ ਜਾਂਚ ਕਰਨ ਵਾਲੀ ਟੀਮ ਨੇ ਮਾਮਲਾ ਆਪਣੇ ਹੱਥਾਂ 'ਚ ਲਿਆ। ਪੁਲਿਸ ਨੂੰ ਸ਼ੱਕੀ ਜਾਪ ਰਿਹਾ ਮਾਮਲਾ। ਸਿਹਤ ਵਿਭਾਗ ਨੇ ਚੇਤਾਵਨੀ ਦਿੰਦੇ ਹੋਏ ਇਕੁਏਟ ਮੋਇਸਚਰਾਈਜ਼ਿੰਗ ਲੋਸ਼ਨ ਤੇ ਨਾਲ ਹੀ ਹੈਂਡ ਕਰੀਮ ਦੀਆਂ ਕੁਝ ਪੈਕਿੰਗਸ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਇਆ। ਇਸ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਭਾਰਤ ਵਿੱਚ ਸਟੂਡੈਂਟ ਵੀਜ਼ਾ ਤੇ ਵਰਕ ਪਰਮਿਟ ਵਾਲਿਆਂ ਦੇ ਲਈ ਮੈਡੀਕਲ ਸੰਬੰਧੀ ਜਾਣਕਾਰੀ ਹਾਈ ਕਮਿਸ਼ਨ ਨੇ ਸਾਂਝੀ ਕੀਤੀ ਹੈ। ਇਸ ਦੇ ਬਾਰੇ ਦੱਸਾਂਗੇ। ਭਾਰਤ ਵਿੱਚ ਮੌਜੂਦ ਕੈਨੇਡਾ ਵਾਸੀ ਪਰੇਸ਼ਾਨ। ਸਿੱਧੀਆਂ ਫਲਾਈਟਾਂ ਸ਼ੁਰੂ ਕਰਨ ਦੀ ਕੈਨੇਡਾ ਸਰਕਾਰ ਤੋਂ ਲਗਾਤਾਰ ਕਰ ਰਹੇ ਨੇ ਮੰਗ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਇਸ ਮੌਕੇ ਬਹੁਤ ਸਾਰੇ ਕੈਂਡੀਡੇਟਸ ਦੇ ਵੱਲੋਂ ਸਵਾਲ ਪੁੱਛੇ ਜਾਂਦੇ ਨੇ ਕਿ ਉਹਨਾਂ ਨੇ ਜਾਂ ਤਾਂ ਓਪਨ ਵਰਕ ਪਰਮਿਟ ਜਾਂ ਫਿਰ PR ਦੇ ਵਾਸਤੇ ਫਾਈਲਾਂ ਲਾਈਆਂ ਹੋਈਆਂ ਨੇ ਤਾਂ ਇਸ ਸਮੇਂ ਕੈਨੇਡਾ ਤੋਂ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉਹਨਾਂ ਨੂੰ ਤੁਰੰਤ ਕੋਈ ਜਵਾਬ ਨਹੀਂ ਆ ਰਿਹਾ। ਇਸ ਵਾਸਤੇ ਬਾਰ-ਬਾਰ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀ ਇਹੋ ਕਿਹਾ ਜਾ ਰਿਹਾ ਹੈ ਕਿ ਸਬਰ ਕੀਤਾ ਜਾਵੇ, ਉਸ ਦੇ ਉੱਤੇ ਕੰਮ ਕੀਤਾ ਜਾਵੇਗਾ। ਅਸੀਂ ਵੀ ਜਦੋਂ ਇਮੀਗ੍ਰੇਸ਼ਨ ਮੰਤਰੀ ਦੇ ਨਾਲ ਇਸ ਦੇ ਬਾਰੇ ਗੱਲਬਾਤ ਕੀਤੀ ਸੀ ਤਾਂ ਉਹਨਾਂ ਦੇ ਵੱਲੋਂ ਇਹੋ ਗੱਲ ਕਹੀ ਗਈ ਕਿ ਪ੍ਰਕਿਰਿਆ ਚੱਲ ਰਹੀ ਹੈ, ਰੁਕੀ ਨਹੀਂ ਹੋਈ। ਵਾਰੋ-ਵਾਰੀ ਸਭ ਦੀ ਵਾਰੀ ਆ ਰਹੀ ਹੈ। ਇਸ ਦੇ ਉੱਤੇ ਲੰਮਾ ਚਿਰ ਜ਼ਰੂਰ ਲੱਗ ਰਿਹਾ ਹੈ ਪਰ ਇਸ ਉੱਤੇ ਕੰਮ ਜ਼ਰੂਰ ਚੱਲ ਰਿਹਾ ਹੈ, ਜਿਸ ਕਰਕੇ ਸਾਰਿਆਂ ਨੂੰ ਸਬਰ ਰੱਖਣ ਦੇ ਵਾਸਤੇ ਕਿਹਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਇਮੀਗ੍ਰੇਸ਼ਨ ਮੰਤਰੀ ਨੇ ਮਾਪਿਆਂ ਦੇ ਪ੍ਰੋਗਰਾਮ ਦੇ ਸੰਬੰਧੀ ਐਲਾਨ ਕੀਤਾ ਸੀ ਤਾਂ ਉਸ ਮੌਕੇ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਨੂੰ ਇਮੀਗ੍ਰੈਂਟਸ ਦੀ ਯਾਨੀ ਕਿ ਪ੍ਰਵਾਸੀਆਂ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਇਸ ਦੇ ਨਾਲ ਹੀ ਆਰਥਿਕਤਾ ਨੂੰ ਤੇਜ਼ੀ ਦੇ ਨਾਲ ਲੀਹ ਤੇ ਲਿਆਂਦਾ ਜਾ ਸਕਦਾ ਹੈ, ਜਿਸ ਕਰਕੇ ਜਿਨ੍ਹਾਂ ਨੇ ਵੀ ਕੈਨੇਡਾ ਦੇ ਵਿੱਚ ਆਉਣ ਦੇ ਵਾਸਤੇ ਫਾਈਲਾਂ ਲਾਈਆਂ ਹੋਈਆਂ ਨੇ ਤੇ ਉਹ ਉਡੀਕ ਕਰ ਰਹੇ ਨੇ ਤਾਂ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਵਾਰੀ ਸਾਰਿਆਂ ਦੀ ਆਵੇਗੀ ਤੇ ਉਹਨਾਂ ਨੂੰ ਬੁਲਾਇਆ ਜਾਵੇਗਾ। ਪਰ ਇਸ ਦੇ ਉੱਤੇ ਸਿਰਫ ਇੰਨਾ ਕਹੇ ਕਿ ਸਬਰ ਕਰਨ ਦੀ ਲੋੜ ਹੈ। ਤੇ ਇਸ ਦੇ ਨਾਲ ਹੀ ਜਿਵੇਂ ਕਿ ਬਾਰ-ਬਾਰ ਸਵਾਲ ਪੁੱਛੇ ਜਾਂਦੇ ਨੇ ਤਾਂ ਹੁਣ ਇਮੀਗ੍ਰੇਸ਼ਨ ਮੰਤਰੀ ਨੂੰ ਤਾਂ PNCN ਦੇ ਵੱਲੋਂ ਸਵਾਲ ਇਹ ਪੁੱਛਿਆ ਗਿਆ ਸੀ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਪਾਊਸਲ ਵਰਕ ਪਰਮਿਟ ਜਾਂ ਫਿਰ ਸਪਾਊਸਲ ਸਪਾਂਸਰਸ਼ਿਪ ਯਾਨੀ ਕਿ PR ਦੇ ਵਾਸਤੇ ਜਿਨ੍ਹਾਂ ਨੇ ਫਾਈਲਾਂ ਲਾਈਆਂ ਹੋਈਆਂ ਨੇ ਉਸ ਉੱਤੇ ਕੰਮ ਚੱਲ ਰਿਹਾ ਹੈ ਤੇ ਇਸ ਸਮੇਂ ਸਬਰ ਹੀ ਕੀਤਾ ਜਾ ਸਕਦਾ ਹੈ। ਤਾਂ ਉਸ ਤੋਂ ਜ਼ਿਆਦਾ ਤਾਂ ਹੁਣ ਕਿਸੇ ਦੇ ਵੱਲੋਂ ਇਸ ਦੇ ਬਾਰੇ ਕੋਈ ਜਵਾਬ ਦਿੱਤਾ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਕੈਨੇਡਾ ਭਰ ਦੇ ਵਿੱਚ ਜਿੰਨੇ ਵੀ ਸੂਬੇ ਨੇ, ਟੈਰੀਟਰੀਜ਼ ਨੇ ਤੇ ਨਾਲ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਬੈਠਕ ਕੀਤੀ ਹੈ। ਇਹਨਾਂ ਸਾਰਿਆਂ ਦੇ ਜਿੰਨੇ ਵੀ ਇਮੀਗ੍ਰੇਸ਼ਨ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਮਿਲ ਕੇ ਕੀਤੀ ਗਈ ਹੈ। ਕੁਝ ਸੂਬਿਆਂ ਦੇ ਇਮੀਗ੍ਰੇਸ਼ਨ ਮੰਤਰੀ ਇਸ ਦੇ ਵਿੱਚ ਭਾਗ ਨਹੀਂ ਲੈ ਸਕੇ ਪਰ ਜ਼ਿਆਦਾਤਰ ਦੇ ਵੱਲੋਂ ਮਿਲ ਕੇ ਬੈਠਕ ਕੀਤੀ ਗਈ, ਜਿਸ ਦੇ ਵਿੱਚ ਰਣਨੀਤੀ ਬਣਾਈ ਗਈ ਹੈ। ਦਰਅਸਲ ਇਹ ਇੱਕ ਪੂਰੀ ਟੀਮ ਹੈ ਜੋ ਕਿ ਫੋਰਮ ਆਫ ਮਿਨਿਸਟਰਸ ਰਿਸਪੌਂਸਿਬਲ ਫॉर ਇਮੀਗ੍ਰੇਸ਼ਨ ਯਾਨੀ ਕਿ FMRI ਉਹਨਾਂ ਦੇ ਵੱਲੋਂ ਬੈਠਕ ਕੀਤੀ ਗਈ ਹੈ, ਜਿਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਵੀ ਦਿੱਤੀ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚਿਨੋ ਦੇ ਵੱਲੋਂ ਵੀ ਇਸ ਦੇ ਬਾਰੇ ਦੱਸਿਆ ਗਿਆ ਹੈ ਕਿ ਜੋ COVID-19 ਦੇ ਕਰਕੇ ਹਾਲਾਤ ਬਣੇ ਉਸ ਦੌਰਾਨ ਆਰਥਿਕਤਾ ਦੇ ਉੱਤੇ ਜੋ ਬੁਰਾ ਪ੍ਰਭਾਵ ਪਿਆ, ਆਰਥਿਕਤਾ ਨੂੰ ਕਾਫੀ ਤੇਜ਼ੀ ਦੇ ਨਾਲ ਮੁੜ ਤੋਂ ਲੀਹ ਤੇ ਲਿਆਂਦਾ ਜਾ ਸਕੇ, ਇਸ ਵਾਸਤੇ ਇਮੀਗ੍ਰੇਸ਼ਨ ਦੇ ਵੱਲੋਂ ਕਾਫੀ ਜ਼ਿਆਦਾ ਯੋਗਦਾਨ ਪਾਇਆ ਜਾ ਰਿਹਾ ਹੈ। ਤੇ ਇਸ ਦੇ ਉੱਤੇ ਅੱਗੇ ਕਿਸ ਤਰ੍ਹਾਂ ਵੱਖੋ ਵੱਖਰੇ ਸੂਬਿਆਂ ਵਿੱਚ ਜਿੱਥੇ ਪ੍ਰਵਾਸੀਆਂ ਦੀ ਲੋੜ ਹੈ, ਕਾਮਿਆਂ ਦੀ ਲੋੜ ਹੈ, ਉੱਥੇ ਉਸ ਗਿਣਤੀ ਨੂੰ ਪੂਰਾ ਕੀਤਾ ਜਾਵੇ ਤੇ ਅੱਗੇ ਵਾਸਤੇ ਰਣਨੀਤੀ ਦੇ ਉੱਤੇ ਕਿਸ ਤਰ੍ਹਾਂ ਕੰਮ ਕੀਤਾ ਜਾਣਾ ਹੈ, ਇਸ ਬੈਠਕ ਨੂੰ ਕੀਤਾ ਗਿਆ। ਜੋ ਇਹ ਰਣਨੀਤੀ ਹੈ ਉਸ ਨੂੰ FPT ਯਾਨੀ ਕਿ ਫੈਡਰਲ, ਪ੍ਰੋਵਿੰਸ਼ੀਅਲ ਤੇ ਟੈਰੀਟੋਰੀਅਲ ਯਾਨੀ ਕਿ ਜਿਸ ਦੇ ਵਿੱਚ ਸੂਬੇ ਵੀ ਭਾਗ ਲੈਂਦੇ ਨੇ, ਟੈਰੀਟਰੀਜ਼ ਵੀ ਤੇ ਕੈਨੇਡਾ ਸਰਕਾਰ ਵੀ, ਜਿਨ੍ਹਾਂ ਦੇ ਵੱਲੋਂ ਮਿਲ ਕੇ ਰਣਨੀਤੀ ਬਣਾਈ ਜਾਂਦੀ ਹੈ ਕਿ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਪ੍ਰਵਾਸੀਆਂ ਨੂੰ ਲਿਆਉਣ ਤੇ ਨਾਲ ਹੀ ਅੱਗੇ ਉਹ ਆਪਣਾ ਕੈਨੇਡਾ ਵਿੱਚ ਨਵਾਂ ਜੀਵਨ ਸ਼ੁਰੂ ਕਰ ਸਕਣ ਤੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਕੈਨੇਡਾ ਦੀ ਆਰਥਿਕਤਾ ਨੂੰ ਮੁੜ ਤੋਂ ਲੀਹ ਤੇ ਲਿਆਂਦਾ ਜਾ ਸਕਦਾ ਹੈ, ਉਸ ਦੇ ਉੱਤੇ ਕੰਮ ਹੋ ਸਕੇ, ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿਵੇਂ ਕਿ ਕੈਨੇਡਾ ਸਰਕਾਰ ਦੇ ਵੱਲੋਂ ਟੀਚਾ ਮਿਥਿਆ ਗਿਆ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਪ੍ਰਵਾਸੀਆਂ ਦੀ ਕੈਨੇਡਾ ਨੂੰ ਲੋੜ ਹੈ ਤੇ ਇਸ ਦੇ ਉੱਤੇ ਕੰਮ ਹੋ ਰਿਹਾ ਹੈ ਤਾਂ ਇਸ ਦੇ ਲਈ ਪ੍ਰਵਾਸੀਆਂ ਦਾ ਸਵਾਗਤ ਕਰਨਾ ਇਸ ਸਮੇਂ ਜਾਰੀ ਹੈ ਤੇ ਅੱਗੇ ਵੀ ਹਜੇ ਜਾਰੀ ਰਹੇਗਾ। ਸਾਲ 2023 ਤੱਕ ਤਾਂ ਇਹ ਟੀਚਾ ਕਾਫੀ ਵੱਡਾ ਹੈ ਕਿ 12 ਲੱਖ ਦੀ ਗਿਣਤੀ ਤੱਕ ਪ੍ਰਵਾਸੀ ਨੇ ਉਹਨਾਂ ਨੂੰ ਕੈਨੇਡਾ ਵਿੱਚ ਪੱਕੇ ਕੀਤਾ ਜਾਣਾ ਹੈ। ਇਸ ਦੇ ਉੱਤੇ ਹੀ ਹੋਰ ਵਧੀਆ ਤਰੀਕੇ ਦੇ ਨਾਲ ਕਿਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਇਸ ਦੇ ਬਾਰੇ ਬੈਠਕ ਹੋਈ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਕਿੰਨੀ ਗੰਭੀਰਤਾ ਦੇ ਨਾਲ ਇਮੀਗ੍ਰੇਸ਼ਨ ਸੰਬੰਧੀ ਕੰਮ ਹੋ ਰਿਹਾ ਹੈ ਤੇ ਇਸ ਰਣਨੀਤੀ ਦੇ ਉੱਤੇ ਕੰਮ ਹੋ ਰਿਹਾ ਹੈ ਤੇ ਅੱਗੇ ਦੇ ਵਾਸਤੇ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਤਾਂ ਕਿ ਹੋਰ ਜ਼ਿਆਦਾ ਪ੍ਰਵਾਸੀ ਨੇ ਜੋ
ਉਹਨਾਂ ਨੂੰ ਕੈਨੇਡਾ ਵਿੱਚ ਲਿਆਂਦਾ ਜਾ ਸਕੇ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਕੈਨੇਡਾ ਵਿੱਚ ਪੱਕੇ ਵੀ ਕੀਤਾ ਜਾ ਸਕੇ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ ਉਹ ਪਿਛਲੇ ਕੁਝ ਦਿਨ ਤੋਂ ਦੌਰੇ ਵੱਖਰੇ ਸੂਬਿਆਂ ਦੇ ਕਰ ਰਹੇ ਨੇ, ਜਿਸ ਦੇ ਵਿੱਚ ਚਾਈਲਡ ਕੇਅਰ ਨਾਲ ਸੰਬੰਧਿਤ ਐਲਾਨ ਕੀਤੇ ਜਾ ਰਹੇ ਨੇ। ਕੱਲ ਵੀ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ। ਉਹਨਾਂ ਦੇ ਵੱਲੋਂ ਅੱਜ ਜੋ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਦੱਸਿਆ ਗਿਆ ਕਿ ਬੱਚਿਆਂ ਦੀ ਸੰਭਾਲ ਦੇ ਨਾਲ ਹੀ ਇਸ ਨੂੰ ਲੈ ਕੇ ਪਰਿਵਾਰਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਵੇ ਉਸ ਸੰਬੰਧੀ ਕੈਨੇਡਾ ਸਰਕਾਰ ਦੇ ਵੱਲੋਂ ਫੰਡ ਜਾਰੀ ਕੀਤਾ ਗਿਆ ਤੇ ਉਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਕਿਵੇਂ ਯੋਗਦਾਨ ਪਾਇਆ ਜਾ ਰਿਹਾ ਹੈ ਇਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਿਨਿਸਟਰ ਅਹਿਮਦ ਹੁਸੈਨ ਦੇ ਨਾਲ ਮਿਲ ਕੇ ਐਲਾਨ ਕੀਤਾ ਤੇ ਇਸ ਦੇ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕੈਨੇਡਾ ਸਰਕਾਰ ਦੇ ਵੱਲੋਂ ਪਹਿਲ ਦੇ ਆਧਾਰ ਦੇ ਉੱਤੇ ਬੱਚਿਆਂ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਬੱਚਿਆਂ ਤੇ ਪਰਿਵਾਰਾਂ ਨੂੰ ਆਰਥਿਕ ਪੱਧਰ ਦੇ ਉੱਤੇ ਸਹੂਲਤਾਂ ਦੇਣ ਦੇ ਵਾਸਤੇ ਕੰਮ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਜਿਵੇਂ ਕਿ ਇੰਟਰਨੈਸ਼ਨਲ 에ਅਰਪੋਰਟਸ ਦੇ ਉੱਤੇ ਕੈਨੇਡਾ ਭਰ ਵਿੱਚ ਯਾਤਰੀਆਂ ਦੀ ਗਿਣਤੀ ਕਾਫੀ ਜ਼ਿਆਦਾ ਵਧਣੀ ਸ਼ੁਰੂ ਹੋ ਗਈ ਹੈ। ਕੁਝ 에ਅਰਪੋਰਟਸ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਦੇ ਟੀਕੇ ਲੱਗੇ ਹੋਏ ਨੇ, ਜਿਹੜੇ ਯਾਤਰੀ ਕੈਨੇਡਾ 에ਅਰਪੋਰਟ ਦੇ ਉੱਤੇ ਉਤਰ ਰਹੇ ਨੇ, ਉਹਨਾਂ ਨੂੰ ਵੱਖਰੀਆਂ ਕਤਾਰਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਨਾਲ ਹੀ ਜਿਨ੍ਹਾਂ ਦੇ ਟੀਕੇ ਨਹੀਂ ਲੱਗੇ ਹੋਏ ਉਹਨਾਂ ਨੂੰ ਵੱਖਰੀਆਂ ਕਤਾਰਾਂ ਵਿੱਚ। ਇਸ ਦੇ ਨਾਲ ਹੀ ਜੇਕਰ ਇੰਸ਼ੋਰੈਂਸ ਨੂੰ ਲੈ ਕੇ ਵੀ ਜਿਹੜੀ ਮੈਡੀਕਲ ਇੰਸ਼ੋਰੈਂਸ ਹੈ ਵਿਜ਼ਟਰਸ ਦੇ ਵੱਲੋਂ ਕਰਵਾਈ ਜਾਂਦੀ ਹੈ, ਉਸ ਦੀਆਂ ਪਾਲਿਸੀਜ਼ ਵਿੱਚ ਵੀ ਕਾਫੀ ਬਦਲਾਅ ਆਏ ਨੇ। ਕੋਵਿਡ-19 ਨਾਲ ਸੰਬੰਧਿਤ ਵੀ ਇੰਸ਼ੋਰੈਂਸ ਹੈ ਜੋ ਉਸ ਦੇ ਵਿੱਚ ਜੋੜੀ ਗਈ ਹੈ। ਇਸ ਦੇ ਬਾਰੇ ਵੀ ਯਾਤਰੀਆਂ ਨੂੰ ਕਾਫੀ ਨਵੀਆਂ ਚੀਜ਼ਾਂ ਦੇਖਣੀਆਂ ਪੈ ਰਹੀਆਂ ਨੇ ਜਦੋਂ ਕੈਨੇਡਾ ਦੇ ਵਿੱਚ ਆਉਂਦੇ ਨੇ। ਇਸ ਦੇ ਨਾਲ ਹੀ ਜਿਹੜਾ 에ਅਰਪੋਰਟਸ ਦੇ ਉੱਤੇ ਸਮਾਂ ਹੈ ਉਹ ਵੀ ਇਸ ਸਮੇਂ ਕਾਫੀ ਜ਼ਿਆਦਾ ਲੱਗ ਰਿਹਾ ਹੈ, ਕਿਉਂਕਿ ਉਹਨਾਂ ਦੇ ਤੋਂ ਸਵਾਲ ਵੀ ਕੋਵਿਡ-19 ਨਾਲ ਸੰਬੰਧਿਤ ਕਈ ਪੁੱਛੇ ਜਾਂਦੇ ਨੇ, ਸਬੂਤ ਦੇਖੇ ਜਾਂਦੇ ਨੇ, ਅਰਾਈਵ ਕੈਨ ਐਪਲੀਕੇਸ਼ਨ ਦੇ ਬਾਰੇ ਜਾਣਕਾਰੀ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ ਹੋਏ ਤੇ ਉਹਨਾਂ ਨੂੰ ਕੈਨੇਡਾ ਵਿੱਚ ਆਉਣ ਦੀ ਇਜਾਜ਼ਤ ਹੈ ਟਰੈਵਲ ਦੇ ਵਾਸਤੇ ਤੇ ਉਹਨਾਂ ਨੂੰ ਕੁਆਰੰਟਾਈਨ ਵੀ ਕਰਨਾ ਪੈਂਦਾ ਹੈ। ਤੇ ਇਸੇ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਜੋ ਵੱਖਰੇ ਫੈਸਲੇ ਲਏ ਜਾ ਰਹੇ ਨੇ ਉਸ ਨੂੰ ਲੈ ਕੇ ਇਸ ਸਮੇਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। 에ਅਰਪੋਰਟਸ ਦੇ ਉੱਤੇ ਕਾਮਿਆਂ ਨੂੰ ਹੋਰ ਜ਼ਿਆਦਾ ਗਿਣਤੀ ਦੇ ਵਿੱਚ ਹੁਣ ਨੌਕਰੀ ਦੇ ਉੱਤੇ ਵੀ ਰੱਖਿਆ ਜਾ ਰਿਹਾ ਹੈ, ਕਿਉਂਕਿ ਅਗਸਤ 9 ਤੋਂ ਤਾਂ ਅਮਰੀਕਾ ਵਾਸੀਆਂ ਦੇ ਵਾਸਤੇ ਬਾਰਡਰ ਖੁੱਲ੍ਹਣ ਜਾ ਰਹੇ ਨੇ ਤਾਂ ਸਤੰਬਰ 7 ਤੋਂ ਜਿੰਨੇ ਵੀ ਵਿਜ਼ਟਰ ਹੋਰ ਕੈਨੇਡਾ ਤੋਂ ਬਾਹਰ ਹੋਰ ਮੁਲਕਾਂ ਵਿੱਚ ਨੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਣ ਜਾ ਰਹੇ ਨੇ। ਪਰ ਇਸ ਦੇ ਵਿੱਚ ਬਦਲਾਅ ਵੀ ਹੋ ਸਕਦਾ ਹੈ, ਇਸ ਐਲਾਨ ਨੂੰ ਬਦਲਿਆ ਵੀ ਜਾ ਸਕਦਾ ਹੈ, ਕਿਉਂਕਿ ਕੋਵਿਡ-19 ਨਾਲ ਸੰਬੰਧਿਤ ਹਾਲਾਤ ਦੇ ਉੱਤੇ ਨਿਰਭਰ ਕਰੇਗਾ ਕਿ ਮੌਕੇ ਦੇ ਉੱਤੇ ਇਸ ਫੈਸਲੇ ਨੂੰ ਲਾਗੂ ਕੀਤਾ ਜਾਣਾ ਹੈ ਜਾਂ ਨਹੀਂ। ਅਗਲੀ ਖਬਰ ਹੈ ਕਿ ਮੈਟਰੋ ਵੈਨਕੂਵਰ ਵਿੱਚ 1 ਸਾਲ ਦੇ ਕਰੀਬ ਦੇ ਉਮਰ ਦੇ ਬੱਚੇ ਦੀ ਜਾਨ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਤੇ ਉਸ ਦੀ ਜਾਨ ਜਾਣ ਦਾ ਮਾਮਲਾ ਹੈ ਸ਼ੱਕੀ ਜਾਪ ਰਿਹਾ ਹੈ, ਜਿਸ ਨੂੰ ਲੈ ਕੇ ਹੋਮਿਸਾਈਡ ਟੀਮ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਨਿਊ ਵੈਸਟਮਿੰਸਟਰ ਦੇ ਵਿੱਚ ਸ਼ਨੀਵਾਰ ਦੀ ਸਵੇਰ ਨੂੰ 4:30 ਵਜੇ ਦੇ ਕਰੀਬ ਇੱਕ ਮਾਮਲਾ ਵਾਪਰਿਆ। ਜਦੋਂ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤਾਂ ਉੱਥੇ ਇੱਕ ਬੱਚਾ ਮੌਜੂਦ ਸੀ ਜਿਸ ਨੂੰ ਕਿ ਹੋਸ਼ ਨਹੀਂ ਸੀ ਤੇ ਉਸ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ। ਹੋਮਿਸਾਈਡ ਟੀਮ ਉਹ ਹੁੰਦੀ ਹੈ ਜਿਹੜੀ ਕਿ ਕਤਲ ਦੇ ਮਾਮਲਿਆਂ ਦੀ ਜਾਂਚ ਕਰਦੀ ਹੈ ਤੇ ਜਿਵੇਂ ਕਿ ਹੁਣ ਹੋਮਿਸਾਈਡ ਟੀਮ ਨੇ ਇਸ ਜਾਂਚ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਯਾਨੀ ਕਿ ਹੋ ਸਕਦਾ ਹੈ ਕਿ ਇਹ ਕਤਲ ਦਾ ਮਾਮਲਾ ਹੋਵੇ, ਜਿਸ ਦੇ ਬਾਰੇ ਆਈਹਿਟ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਵਾਸਤੇ ਵੀ ਕਾਫੀ ਜ਼ਿਆਦਾ ਦੁਖਦਾਈ ਹੁੰਦਾ ਹੈ ਕਿ ਜਦੋਂ ਇਹਨੇ ਛੋਟੇ ਬੱਚੇ ਨੂੰ ਲੈ ਕੇ ਕੁਝ ਅਜਿਹਾ ਮਾਮਲਾ ਸਾਹਮਣੇ ਆਵੇ ਤੇ ਉਸ ਤੋਂ ਬਾਅਦ ਇਹ ਜਾਪ ਰਿਹਾ ਹੈ ਕਿ ਉਹ ਕਤਲ ਦਾ ਮਾਮਲਾ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਮੌਕੇ ਉਸ ਬੱਚੇ ਦੇ ਪਰਿਵਾਰ ਨੂੰ ਮਾਨਸਿਕ ਤੌਰ ਦੇ ਉੱਤੇ ਮਦਦ ਦੇਣ ਦੇ ਵਾਸਤੇ ਤੇ ਨਾਲ ਹੀ ਜਿੰਨੇ ਉਸ ਨੂੰ ਜਾਣਦੇ ਸਨ ਉਹਨਾਂ ਨੂੰ ਸਰਵਿਸ ਦਿੱਤੀ ਜਾ ਰਹੀ ਹੈ, ਜਿਸ ਦੇ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਤਾਂ ਕਰ ਰਹੇ ਨੇ, ਪਰ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਆਈਹਿਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ। IHIT ਜਦੋਂ ਤੁਸੀਂ ਸਰਚ ਕਰੋਗੇ ਤਾਂ ਉਸ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਹੁਣ ਰੁਖ ਅਗਲੀ ਖਬਰ ਦੇ ਵੱਲ। ਕੈਨੇਡਾ ਦੇ ਸਿਹਤ ਵਿਭਾਗ ਨੇ ਇੱਕ ਮॉइस्चराइजर ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਉਸ ਦੀਆਂ ਕੁਝ ਪੈਕਿੰਗਸ ਨੂੰ ਵਾਪਸ ਮੰਗਵਾਇਆ ਗਿਆ ਹੈ, ਉਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ। ਕੈਨੇਡਾ ਦੇ ਸਿਹਤ ਵਿਭਾਗ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ, ਜਿਸ ਦੇ ਵਿੱਚ ਮॉइस्चराइजिंग ਲੋਸ਼ਨ ਹੈ ਜੋ ਇਕੁਏਟ ਦਾ, ਉਸ ਦੀ 71 ml ਤੇ ਨਾਲ ਹੀ ਇੰਟੈਂਸ ਰਿਲੀਫ ਹੈਂਡ ਕਰੀਮ ਜਿਸ ਦੀ 97 ml ਦੀ ਪੈਕਿੰਗ ਹੈ ਉਸ ਨੂੰ ਵਾਪਸ ਮੰਗਵਾਇਆ ਗਿਆ ਹੈ, ਜਿਸ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਹੈ। ਤੇ ਨਾਲ ਹੀ ਜੇਕਰ ਤੁਸੀਂ ਦੇਖਣਾ ਹੈ ਕਿ ਜਿਹੜਾ ਤੁਸੀਂ ਇਕੁਏਟ ਦਾ ਡੇਲੀ ਮॉइस्चराइजिंग ਲੋਸ਼ਨ ਜਾਂ ਫਿਰ ਇੰਟੈਂਸ ਰਿਲੀਫ ਹੈਂਡ ਕਰੀਮ ਲਿਆਂਦੀ ਹੈ ਉਹ ਤਾਂ ਨਹੀਂ ਇਸ ਚੇਤਾਵਨੀ ਵਿੱਚ ਸ਼ਾਮਲ, ਤਾਂ ਤੁਸੀਂ ਉਸ ਦੇ ਉੱਪਰ ਦੇਖ ਸਕਦੇ ਹੋ ਕਿ 0211 ਜਾਂ ਫਿਰ 0210 ਲੋਟ ਕੋਡ ਉਸ ਦੇ ਉੱਤੇ ਜੇਕਰ ਲਿਖਿਆ ਹੋਵੇਗਾ ਤਾਂ ਉਸ ਨੂੰ ਵੀ ਵਾਪਸ ਮੰਗਵਾਇਆ ਗਿਆ ਹੈ, ਤਾਂ ਉਹ ਵੀ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਜਿਸ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਬੈਕਟੀਰੀਆ ਦੀ ਮੌਜੂਦਗੀ ਪਾਈ ਗਈ ਹੈ ਜੋ ਕਿ ਸਿਹਤਮੰਦ ਵਿਅਕਤੀਆਂ ਦੇ ਵਾਸਤੇ ਖਤਰਨਾਕ ਸਾਬਤ ਹੋ ਸਕਦੀ ਹੈ, ਜੋ ਕਿ ਉਹਨਾਂ ਨੂੰ ਸਿਹਤ ਨੂੰ ਲੈ ਕੇ ਦਿੱਕਤਾਂ ਆ ਸਕਦੀਆਂ ਨੇ, ਜਿਸ ਨੂੰ ਲੈ ਕੇ ਇਹ ਹੈਂਡ ਕਰੀਮ ਤੇ ਨਾਲ ਹੀ ਮॉइस्चराइजिंग ਲੋਸ਼ਨ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਏ ਗਏ ਨੇ। ਜਿਸ ਦੇ ਬਾਰੇ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਭਰ ਵਿੱਚ
29,968 यूनिट्स ने ਜਿਹੜੀਆਂ इस प्रोडक्ट ਦੀਆਂ ਵਿਕ ਚੁੱਕੀਆਂ ਨੇ, ਜਿਹੜੀਆਂ ਕਿ ਅਕਤੂਬਰ 2020 ਤੋਂ ਲੈ ਕੇ ਜੁਲਾਈ 2021 ਦੇ ਦਰਮਿਆਨ ਇਹ ਵਿਕਰੀ ਹੋਈ ਹੈ। ਕੈਨੇਡਾ ਦੇ ਵਿੱਚ ਹੀ ਇਹ ਤਿਆਰ ਹੋਏ ਨੇ ਪ੍ਰੋਡਕਟ, ਜਿਸ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਇਸ ਪ੍ਰੋਡਕਟ ਨੂੰ ਖਰੀਦਿਆ ਹੈ ਤਾਂ ਤੁਸੀਂ ਕੰਪਨੀ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ 1800410418 ਦੇ ਉੱਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ EST ਮੁਤਾਬਕ, ਤਾਂ ਕਿ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਲੈ ਸਕੋ ਤੇ ਜੇਕਰ ਤੁਸੀਂ ਇਸ ਨੂੰ ਖਰੀਦਿਆ ਤੇ ਵਾਪਸ ਪੈਸੇ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਵੀ ਮਿਲ ਸਕਦੇ ਨੇ, ਜਿਸ ਦੇ ਬਾਰੇ ਹੈਲਥ ਕੈਨੇਡਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਅਗਲੀ ਖਬਰ ਹੈ ਕਿ ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਨੇ ਤੇ ਵਰਕ ਪਰਮਿਟ ਵਾਲੇ ਨੇ ਜਿਹੜੇ ਕਿ ਕੈਨੇਡਾ ਤੋਂ ਵਾਪਸ ਭਾਰਤ ਵਿੱਚ ਗਏ ਤੇ ਉੱਥੇ ਲੋਕਡਾਊਨ ਹੋਣ ਦੇ ਕਰਕੇ ਜਾਂ ਫਿਰ ਫਲਾਈਟਾਂ ਨਹੀਂ ਚੱਲ ਰਹੀਆਂ, ਉਸ ਦੇ ਕਰਕੇ ਉਹਨਾਂ ਨੂੰ ਲੰਮਾ ਚਿਰ ਰੁਕਣਾ ਪਿਆ, ਤਾਂ ਉਹਨਾਂ ਲਈ ਮੁੜ ਤੋਂ ਜਾਣਕਾਰੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਤੁਹਾਡਾ ਮੈਡੀਕਲ ਹੋਇਆ 1 ਸਾਲ ਦਾ ਸਮਾਂ ਪੂਰਾ ਹੋ ਗਿਆ ਹੋਵੇ ਤਾਂ ਤੁਹਾਡਾ ਵੀਜ਼ਾ ਹੈ ਜੋ ਉਹ ਵੈਲਿਡ ਨਹੀਂ ਰਹਿੰਦਾ। ਯਾਨੀ ਕਿ ਜੇਕਰ ਤੁਸੀਂ 에ਅਰਪੋਰਟ ਦੇ ਉੱਤੇ ਜਾਂਦੇ ਹੋ ਤੇ ਫਿਰ ਤੁਹਾਨੂੰ ਵਾਪਸ ਵੀ ਭੇਜਿਆ ਜਾ ਸਕਦਾ ਹੈ ਕਿ ਤੁਸੀਂ ਕੈਨੇਡਾ ਦੀ ਫਲਾਈਟ ਨਹੀਂ ਲੈ ਸਕਦੇ, ਪਰ ਤੁਹਾਡੇ ਪਾਸਪੋਰਟ ਦੇ ਉੱਤੇ ਬੇਸ਼ੱਕ ਵੀਜ਼ਾ ਅੱਗੇ ਕਿੰਨਾ ਮਰਜ਼ੀ ਪਿਆ ਹੋਵੇ, ਪਰ ਜੇਕਰ ਤੁਹਾਡਾ ਮੈਡੀਕਲ ਐਕਸਪਾਇਰ ਹੈ ਤਾਂ ਤੁਹਾਨੂੰ ਕੈਨੇਡਾ ਦੀ ਫਲਾਈਟ ਨਹੀਂ ਲੈਣ ਦਿੱਤੀ ਜਾਵੇਗੀ, ਜਿਸ ਦੇ ਵਾਸਤੇ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਦੁਬਾਰਾ ਤੋਂ ਇਹ ਜਾਣਕਾਰੀ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਇਸ ਸਮੇਂ ਕਾਫੀ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਜਾਂ ਫਿਰ ਜਿਹੜੇ ਵਰਕ ਪਰਮਿਟ ਵਾਲੇ ਨੇ ਉਹ ਭਾਰਤ ਵਿੱਚ ਕਾਫੀ ਚਿਰ ਤੋਂ ਬੈਠੇ ਸੀ ਤੇ ਉਹਨਾਂ ਦੇ ਮੈਡੀਕਲ ਐਕਸਪਾਇਰ ਹੋ ਗਏ, ਜਿਸ ਦੇ ਕਰਕੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣਾ ਮੈਡੀਕਲ ਦੁਬਾਰਾ ਤੋਂ ਕਰਵਾਉਣ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਵੀਜ਼ਾ ਹੈ ਉਹ ਵੈਲਿਡ ਮੁੜ ਤੋਂ ਹੋਵੇਗਾ ਤੇ ਉਹਨਾਂ ਨੂੰ ਫਿਰ ਕੈਨੇਡਾ ਆਉਣ ਦੀ ਇਜਾਜ਼ਤ ਮਿਲੇਗੀ। ਜਾਂ ਫਿਰ ਉਹ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਦਾ ਸਟੱਡੀ ਪਰਮਿਟ ਆਇਆ ਕਾਫੀ ਚਿਰ ਹੋ ਗਿਆ ਸੀ ਤੇ ਉਹ ਆਨਲਾਈਨ ਪੜ੍ਹਾਈ ਕਰ ਰਹੇ ਸੀ ਤੇ ਉਹਨਾਂ ਦਾ ਮੈਡੀਕਲ ਜੇਕਰ ਐਕਸਪਾਇਰ ਹੋ ਗਿਆ ਤਾਂ ਮੈਡੀਕਲ ਦੁਬਾਰਾ ਕਰਵਾਇਆ ਜਾਵੇ ਤਾਂ ਹੀ ਵੀਜ਼ਾ ਵੈਲਿਡ ਮੰਨਿਆ ਜਾਵੇਗਾ, ਜਿਸ ਤੋਂ ਬਾਅਦ ਕੈਨੇਡਾ ਵਾਸਤੇ ਫਲਾਈਟ ਲਈ ਜਾ ਸਕਦੀ ਹੈ। ਇਸ ਮੌਕੇ ਤੁਹਾਨੂੰ ਕੋਈ ਸੰਘਰਸ਼ ਨਾ ਕਰਨਾ ਪਵੇ ਕਿ ਤੁਸੀਂ 에ਅਰਪੋਰਟ ਤੇ ਜਾਓ ਤੇ ਤੁਹਾਨੂੰ ਫਿਰ ਵਾਪਸ ਮੁੜਨਾ ਪਵੇ, ਜਿਸ ਕਰਕੇ ਪਹਿਲਾਂ ਤੋਂ ਹੀ ਇਸ ਦੇ ਉੱਤੇ ਧਿਆਨ ਦਿੱਤਾ ਜਾਵੇ। ਤੇ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜਿਹੜਾ ਕਿ ਕੈਨੇਡਾ ਜਾਣ ਦੀ ਮੁੜ ਤੋਂ ਤਿਆਰੀ ਕਰ ਰਿਹਾ ਹੈ ਤੇ ਉਸ ਦਾ ਸਟੇਟਸ ਹੈ ਜੋ ਵਰਕ ਪਰਮਿਟ ਜਾਂ ਫਿਰ ਸਟੂਡੈਂਟ ਹੈ ਤੇ ਉਹਨਾਂ ਨੂੰ ਤੁਸੀਂ ਜਾਣਕਾਰੀ ਦੇ ਸਕਦੇ ਹੋ ਕਿ ਇਸ ਚੀਜ਼ ਦੇ ਉੱਤੇ ਜ਼ਰੂਰ ਧਿਆਨ ਦਿੱਤਾ ਜਾਵੇ ਕਿ ਤੁਹਾਡਾ ਮੈਡੀਕਲ ਤਾਂ ਨਹੀਂ ਐਕਸਪਾਇਰ ਹੋਇਆ। ਜੇਕਰ ਪਹਿਲਾਂ ਤੋਂ ਹੀ ਇਸ ਦੇ ਉੱਤੇ ਧਿਆਨ ਦਿੱਤਾ ਜਾਵੇਗਾ ਤਾਂ 에ਅਰਪੋਰਟ ਦੇ ਉੱਤੇ ਖੱਜਲ ਨਹੀਂ ਹੋਣਾ ਪਵੇਗਾ। ਅਗਲੀ ਖਬਰ ਹੈ ਕਿ ਭਾਰਤ ਵਿੱਚ ਇਸ ਸਮੇਂ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਹੜੇ ਕਿ ਕੈਨੇਡਾ ਵਾਸੀ ਨੇ, ਕੈਨੇਡਾ ਦੇ ਵਿੱਚ ਜਾਂ ਉਹ PR ਨੇ ਜਾਂ ਫਿਰ ਸਿਟੀਜ਼ਨ ਨੇ, ਪਰ ਫਲਾਈਟਾਂ ਇੱਕਦਮ ਬੰਦ ਹੋਣ ਦੇ ਕਰਕੇ ਉੱਥੇ ਫਸ ਗਏ ਤੇ ਉਹ ਹੁਣ ਤੱਕ ਕੈਨੇਡਾ ਨਹੀਂ ਆ ਸਕੇ, ਜਿਨ੍ਹਾਂ ਦੇ ਵੱਲੋਂ ਮਦਦ ਦੇ ਲਈ ਕਿਹਾ ਜਾ ਰਿਹਾ ਹੈ ਕਿ ਸਿੱਧੀਆਂ ਫਲਾਈਟਾਂ ਨੂੰ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾਵੇ ਕਿਉਂਕਿ ਉਹ ਤੀਜੇ ਦੇਸ਼ ਦੇ ਰਾਹੀਂ ਹੋ ਕੇ ਕੈਨੇਡਾ ਨਹੀਂ ਆਉਣਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਉੱਥੇ ਜਦੋਂ PCR ਦਾ COVID-19 ਟੈਸਟ ਕਰਵਾਉਣਾ ਪਵੇਗਾ ਤਾਂ 3 ਦਿਨ ਦੇ ਵਾਸਤੇ ਰਹਿਣਾ ਪਵੇਗਾ, ਜੋ ਉਹ ਬਿਲਕੁਲ ਨਹੀਂ ਚਾਹੁੰਦੇ ਤੇ ਇਸੇ ਨਾਲ ਖਰਚਾ ਵੀ ਬਹੁਤ ਜ਼ਿਆਦਾ ਹੋ ਜਾਵੇਗਾ, ਜਿਸ ਨੂੰ ਲੈ ਕੇ ਪਰਿਵਾਰਾਂ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਕੈਨੇਡਾ ਸਰਕਾਰ ਦੇ ਵੱਲੋਂ ਫੈਸਲਾ ਲਿਆ ਜਾਵੇ ਕਿ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਫਲਾਈਟਾਂ ਨੂੰ ਮਨਜ਼ੂਰੀ ਦੁਬਾਰਾ ਤੋਂ ਦੇ ਦਿੱਤੀ ਜਾਵੇ ਤੇ ਛੇਤੀ ਤੋਂ ਛੇਤੀ ਟਰੈਵਲ ਖੋਲ੍ਹ ਦਿੱਤਾ ਜਾਵੇ। ਹੁਣ ਰੁਕ ਅਗਲੀ ਖਬਰ ਦੇ ਵੱਲ। ਸਰੀ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕਰਕੇ ਪੁਲਿਸ ਨੇ ਜਾਂਚ ਲਈ ਸਹਿਯੋਗ ਮੰਗਿਆ। ਪੁਲਿਸ ਦੇ ਵੱਲੋਂ ਉਸ ਵਿਅਕਤੀ ਦੀ ਪਛਾਣ ਕੀਤੇ ਜਾਣ ਦੇ ਵਾਸਤੇ ਸਹਿਯੋਗ ਮੰਗਿਆ ਗਿਆ। ਸਰੀ RCMP ਨੇ ਲੁੱਟ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ, ਜਿਸ ਵਿਅਕਤੀ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਸਰੀ RCMP ਰੋਬਰੀ ਯੂਨਿਟ ਦੇ ਵੱਲੋਂ ਇਸ ਦੇ ਵਾਸਤੇ ਸਹਿਯੋਗ ਮੰਗਿਆ ਗਿਆ, ਜਿਨ੍ਹਾਂ ਨੇ ਦੱਸਿਆ ਕਿ ਜੁਲਾਈ 19, 2021 ਦੇ ਦਿਨ ਸ਼ਾਮੀ 6 ਵਜੇ ਦੇ ਕਰੀਬ ਸਰੀ RCMP ਨੂੰ ਜਾਣਕਾਰੀ ਮਿਲੀ ਕਿ 17700 ਬਲਾਕ 64 ਐਵੇਨਿਊ ਦੇ ਉੱਤੇ ਇੱਕ ਬੈਂਕ ਦੇ ਵਿੱਚ ਲੁੱਟ ਹੋਈ ਹੈ। ਸਰੀ ਦਾ ਹੀ ਇਹ ਮਾਮਲਾ ਹੈ, ਜਿਸ ਤੋਂ ਬਾਅਦ ਉੱਥੋਂ ਇੱਕ ਸ਼ੱਕੀ ਵਿਅਕਤੀ ਪੁਲਿਸ ਅਧਿਕਾਰੀਆਂ ਨੇ ਜਿਸ ਦੇ ਬਾਰੇ ਜਾਣਕਾਰੀ ਦਿੱਤੀ ਕਿ ਉਹ ਕੋਕੇਸ਼ੀਅਨ ਵਿਅਕਤੀ ਹੈ, 30 ਤੋਂ 40 ਸਾਲ ਦੇ ਕਰੀਬ ਉਸਦੀ ਉਮਰ ਹੈ, ਜਿਸ ਨੇ ਕਿ ਸਨਗਲਾਸ ਲਗਾਏ ਹੋਏ ਸਨ, ਮਾਸਕ ਪਾਇਆ ਹੋਇਆ ਸੀ, ਨੀਲੇ ਰੰਗ ਦੀ ਕਮੀਜ਼ ਪਾਈ ਹੋਈ ਸੀ, ਜੋ ਕਿ ਤਸਵੀਰ ਦੇ ਵਿੱਚ ਦਿਖਾਈ ਵੀ ਦੇ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਦੇ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਇਸ ਵਿਅਕਤੀ ਦੇ ਬਾਰੇ ਤਾਂ ਸਰੀ RCMP ਨਾਲ 604 5990 502 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਕੋਈ ਆਪਣੀ ਪਛਾਣ ਦੱਸੇ ਬਿਨਾਂ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਕ੍ਰਾਈਮ ਸਟਾਪਰਸ ਦੇ ਨਾਲ 1800 222 8477 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪ੍ਰਨੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।